बहुत ही प्यारे विद्यार्थियों, मैं मनजीत पुरी ਲੈਕਚਰਰ ਪੰਜਾਬੀ ਇੱਕ ਵਾਰ ਫੇਰ ਹਾਜ਼ਰ ਹਾਂ ਅੱਜ ਦਾ ਆਪਣਾ ਇਹ ਲੈਕਚਰ ਲੈ ਕੇ। ਅੱਜ ਆਪਾਂ ਪਿਆਰੇ ਵਿਦਿਆਰਥੀਓ ਸਾਡੇ 12ਵੀਂ ਜਮਾਤ ਦੇ ਪੰਜਾਬੀ ਲਾਜ਼ਮੀ ਵਿਸ਼ੇ ਦੇ ਪਾਠਕ੍ਰਮ ਦੇ ਵਿੱਚ ਸ਼ਾਮਲ ਸੰਤੋਖ ਸਿੰਘ ਧੀਰ ਹੋਰਾਂ ਦੀ ਲਿਖੀ ਹੋਈ ਕਹਾਣੀ ਆਪਣਾ ਦੇਸ਼ ਪੜ੍ਹਾਂਗੇ। ਇਸ ਕਹਾਣੀ ਦੇ ਨਾਲ ਨਾਲ ਆਪਾਂ ਅੱਜ ਕੁਝ ਗੱਲਾਂ ਸੰਤੋਖ ਸਿੰਘ ਧੀਰ ਹੋਰਾਂ ਦੇ ਜੀਵਨ ਬਾਰੇ, ਪੰਜਾਬੀ ਸਾਹਿਤ ਨੂੰ ਉਹਨਾਂ ਦੀ ਦੇਣ ਬਾਰੇ ਤੇ ਨਾਲ ਇਸ ਕਹਾਣੀ ਦੇ ਥੀਮ ਤੇ ਕੁਝ ਕੁ ਵਸਤੂਨਿਸ਼ਟ ਪ੍ਰਸ਼ਨ ਇਸ ਲੈਕਚਰ ਦੇ ਵਿੱਚ ਆਪਾਂ ਅੱਜ ਕਰਾਂਗੇ। ਸੋ ਪਿਆਰੇ ਵਿਦਿਆਰਥੀਓ, ਆਓ ਫਿਰ ਆਪਾਂ ਅੱਜ ਦਾ ਇਹ ਲੈਕਚਰ ਸ਼ੁਰੂ ਕਰਦੇ ਹਾਂ। ਸੋ ਵਿਦਿਆਰਥੀਓ, ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਆਪਾਂ ਅੱਜ ਪੰਜਾਬੀ ਦੇ ਸਮਰੱਥ ਕਹਾਣੀਕਾਰ ਸੰਤੋਖ ਸਿੰਘ ਧੀਰ ਹੋਰਾਂ ਦੀ ਲਿਖੀ ਹੋਈ ਕਹਾਣੀ ਆਪਣਾ ਦੇਸ਼ ਪੜ੍ਹਨੀ ਆ। ਇਸ ਕਹਾਣੀ ਦੇ ਨਾਲ ਨਾਲ ਆਪਾਂ ਸੰਤੋਖ ਸਿੰਘ ਧੀਰ ਹੋਰਾਂ ਦੇ ਜੀਵਨ ਬਾਰੇ ਤੇ ਨਾਲ ਹੀ ਪੰਜਾਬੀ ਸਾਹਿਤ ਨੂੰ ਉਹਨਾਂ ਦੀ ਦੇਣ ਬਾਰੇ ਵੀ ਕੁਝ ਗੱਲਾਂ ਇਸ ਲੈਕਚਰ ਦੇ ਵਿੱਚ ਕਰਾਂਗੇ। ਬੱਚਿਓ, ਜਿਹੜੀ ਤਸਵੀਰ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ, ਇਹ ਪੰਜਾਬੀ ਦੇ ਸਮਰੱਥ ਕਹਾਣੀਕਾਰ ਸੰਤੋਖ ਸਿੰਘ ਧੀਰ ਹੋਰਾਂ ਦੀ ਤਸਵੀਰ ਹੈ। ਸੰਤੋਖ ਸਿੰਘ ਧੀਰ ਹੋਰਾਂ ਦਾ ਜਨਮ 2 ਦਸੰਬਰ 1920 ਈਸਵੀ ਨੂੰ ਬੱਸੀ ਪਠਾਣਾ ਤੇ ਫਤਿਹਗੜ੍ਹ ਸਾਹਿਬ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਹੋਇਆ। ਪਰ ਜਿਹੜਾ ਉਹਨਾਂ ਦਾ ਜੱਦੀ ਪਿੰਡ ਸੀ ਉਹ ਸੀ ਡਡਹੇੜੀ, ਜ਼ਿਲ੍ਹਾ ਲੁਧਿਆਣਾ ਦੇ ਵਿੱਚ। ਕਿਸੇ ਵੇਲੇ ਇਹਨਾਂ ਦਾ ਪਰਿਵਾਰ ਡਡਹੇੜੀ, ਜ਼ਿਲ੍ਹਾ ਲੁਧਿਆਣਾ ਦੇ ਵਿੱਚ ਰਹਿੰਦਾ ਸੀ ਅਤੇ ਫਿਰ ਇਹ ਪਰਿਵਾਰ ਬੱਸੀ ਪਠਾਣਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਿਫਟ ਹੋ ਗਿਆ, ਜਿੱਥੇ 2 ਦਸੰਬਰ 1920 ਈਸਵੀ ਨੂੰ ਸੰਤੋਖ ਸਿੰਘ ਧੀਰ ਹੋਰਾਂ ਦਾ ਜਨਮ ਹੋਇਆ। ਸੰਤੋਖ ਸਿੰਘ ਧੀਰ ਹੋਰਾਂ ਦੀ ਵਿੱਦਿਅਕ ਯੋਗਤਾ ਮੈਟ੍ਰਿਕ ਤੇ ਨਾਲ ਗਿਆਨੀ ਸੀ, ਜਿਹੜੀ ਉਹਨਾਂ ਵੇਲਿਆਂ ਦੇ ਵਿੱਚ ਇਹ ਡਿਗਰੀ ਇੱਕ ਕੀਤੀ ਜਾਂਦੀ ਸੀਗੀ। ਸੰਤੋਖ ਸਿੰਘ ਧੀਰ ਹੋਰਾਂ ਨੇ ਕਿੰਨੇ ਸਾਰੇ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਪਾਏ, ਜਿਨ੍ਹਾਂ ਦੇ ਵਿੱਚ ਸਿੱਟਿਆਂ ਦੀ ਛਾਂ, ਸਵੇਰ ਹੋਣ ਤੱਕ ਉਹਨਾਂ ਦੀ ਬੜੀ ਹੀ ਚਰਚਿਤ ਕਹਾਣੀ ਸੀ, ਜਿਹੜੀ ਪੰਜਾਬ ਦੀ ਮੱਧ ਕਿਰਸਾਨੀ ਦੀ ਤਰਾਸਦੀ ਨੂੰ ਪੇਸ਼ ਕਰਦੀ ਹੈ। ਕਹਾਣੀ ਪੰਜਾਬੀ ਦੇ ਵਿੱਚ ਬੇਹੱਦ ਚਰਚਿਤ ਕਹਾਣੀ ਰਹੀ ਆ। ਇਸ ਤੋਂ ਬਾਅਦ ਸਾਂਝੀ ਕੰਧ, ਸ਼ਰਾਬ ਦਾ ਇੱਕ ਗਲਾਸ, ਊਸ਼ਾ ਭੈਣ ਜੀ, ਚੁੱਪ ਸਨ, ਸ਼ੇਰਾਂ ਦੀ ਆਵਾਜ਼, ਪੱਖੀ, ਇੱਕ ਕੁੱਤਾ ਤੇ ਮੈਂ, ਇਹ ਉਹਨਾਂ ਦੇ ਪ੍ਰਮੁੱਖ ਕਹਾਣੀ ਸੰਗ੍ਰਹਿ ਸਨ, ਜਿਹੜੇ ਧੀਰ ਹੋਰਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਪਾਏ। ਸਾਡੇ ਪਾਠਕ੍ਰਮ ਦੇ ਵਿੱਚ ਸ਼ਾਮਲ ਕਹਾਣੀ ਆਪਣਾ ਦੇਸ਼ ਸੰਤੋਖ ਸਿੰਘ ਧੀਰ ਹੋਰਾਂ ਦੇ ਕਹਾਣੀ ਸੰਗ੍ਰਹਿ ਇੱਕ ਕੁੱਤਾ ਤੇ ਮੈਂ ਵਿੱਚੋਂ ਲਈ ਗਈ ਆ। ਇਹ ਕਹਾਣੀ ਸੰਗ੍ਰਹਿ ਸੰਨ 1995 ਦੇ ਵਿੱਚ ਛਪਿਆ ਸੀ ਅਤੇ ਉਹਦੇ ਵਿੱਚੋਂ ਇਹ ਕਹਾਣੀ ਆਪਣਾ ਦੇਸ਼ ਸਾਡੇ 12ਵੀਂ ਜਮਾਤ ਦੇ ਪੰਜਾਬੀ ਲਾਜ਼ਮੀ ਦੇ ਪਾਠਕ੍ਰਮ ਦੇ ਵਿੱਚ ਸ਼ਾਮਿਲ ਕੀਤੀ ਗਈ ਆ। ਕਹਾਣੀ ਤੋਂ ਇਲਾਵਾ ਸੰਤੋਖ ਸਿੰਘ ਧੀਰ ਹੋਰਾਂ ਨੇ ਕੁਝ ਕੁ ਨਾਵਲ ਵੀ ਲਿਖੇ, ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਨੇ 2 ਫੁੱਲ, ਉਹ ਦਿਨ, ਯਾਦਗਾਰ, ਮੈਨੂੰ ਇੱਕ ਸੁਪਨਾ ਆਇਆ, ਹਿੰਦੋਸਿਤਾਂ ਹਮਾਰਾ ਤੇ ਨਵਾਂ ਜਨਮ। ਹਿੰਦੋਸਿਤਾਂ ਹਮਾਰਾ ਤੇ ਨਵਾਂ ਜਨਮ, ਇਹ ਦੋਨੋਂ ਹੀ ਪੂਰੇ ਵੱਡ ਆਕਾਰੀ ਨਾਵਲ ਆ, ਜਿਹੜੇ ਸੰਤੋਖ ਸਿੰਘ ਧੀਰ ਹੋਰਾਂ ਨੇ ਪੰਜਾਬੀ ਸਾਹਿਤ ਜਗਤ ਨੂੰ ਦਿੱਤੇ। ਇਸ ਤੋਂ ਇਲਾਵਾ ਸੰਤੋਖ ਸਿੰਘ ਧੀਰ ਹੋਰਾਂ ਨੇ ਕੁਝ ਕੁ ਕਾਵਿ ਸੰਗ੍ਰਹਿ ਵੀ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਪਾਏ, ਜਿਨ੍ਹਾਂ ਦੇ ਵਿੱਚੋਂ ਪਹੁ ਫਟਾਲਾ, ਧਰਤੀ ਮੰਗਦੀ ਮੀਂਹ ਵੇ, ਪੱਤ ਝੜੇ ਪੁਰਾਣੇ, ਬਿਰਹੜੇ, ਅੱਗ ਦੇ ਪੱਤੇ, ਕਾਲੀ ਬਰਛੀ, ਸੰਜੀਵਨੀ, ਸਿੰਘਾਵਲੀ, ਆਉਣ ਵਾਲਾ ਸੂਰਜ, ਜਦੋਂ ਅਸੀਂ ਆਵਾਂਗੇ, ਪੈਰ, ਇੰਨੇ ਕਾਵਿ ਸੰਗ੍ਰਹਿ, ਕਵਿਤਾ ਦੀਆਂ ਕਿਤਾਬਾਂ, ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਜਗਤ ਨੂੰ
ਦਿੱਤੇ ਸੰਤੋਖ ਸਿੰਘ ਧੀਰ ਹੋਰਾਂ ਨੇ। ਇਸ ਤੋਂ ਬਾਅਦ ਸੰਤੋਖ ਸਿੰਘ ਧੀਰ ਹੋਰਾਂ ਨੇ ਆਪਣੀ ਸਵੈ ਜੀਵਨੀ ਲਿਖੀ, ਜਿਸ ਦਾ ਨਾਮ ਸੀ ਬ੍ਰਹਿਸਪਤੀ। ਆਪਣੇ ਅੰਤਲੇ ਦਿਨਾਂ ਦੇ ਵਿੱਚ ਸੰਤੋਖ ਸਿੰਘ ਧੀਰ ਹੋਰਾਂ ਨੇ ਪਿਛਲੀ ਉਮਰ ਦੇ ਵਿੱਚ ਆਪਣੀ ਸਵੈ ਜੀਵਨੀ ਲਿਖੀ ਬ੍ਰਹਿਸਪਤੀ। ਇਸ ਤੋਂ ਇਲਾਵਾ ਸੰਤੋਖ ਸਿੰਘ ਧੀਰ ਹੋਰਾਂ ਨੇ ਇੱਕ ਸਫ਼ਰਨਾਮਾ ਵੀ ਲਿਖਿਆ, ਜਿਸ ਦਾ ਨਾਮ ਸੀ ਮੇਰੀ ਇੰਗਲੈਂਡ ਯਾਤਰਾ। ਤੋਂ ਪਿਆਰੇ ਬੱਚਿਓ, ਇਹ ਪੰਜਾਬੀ ਦੇ ਐਸੇ ਸਰਬੰਗੀ ਲੇਖਕ ਸਨ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਕਹਾਣੀਆਂ ਵੀ ਲਿਖੀਆਂ, ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਨਾਵਲ ਵੀ ਲਿਖੇ, ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਕਵਿਤਾ ਵੀ ਲਿਖੀ ਬਹੁਤ ਸਾਰੀ, ਔਰ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਵਾਰਤਕ ਵੀ ਲਿਖੀ। ਸੋ ਸਾਹਿਤ ਦੀ ਲਗਭਗ ਹਰੇਕ ਵਿਧਾ ਉੱਪਰ ਕਲਮ ਅਜ਼ਮਾਈ ਕਰਨ ਵਾਲੇ ਪੰਜਾਬੀ ਦੇ ਇਸ ਮਾਣ ਮੱਤੇ ਲੇਖਕ ਨੂੰ ਕਾਫੀ ਸਾਰੇ ਇਨਾਮ ਸਨਮਾਨ ਵੀ ਪ੍ਰਾਪਤ ਹੋਏ। ਗਿਆਨੀ ਹੀਰਾ ਸਿੰਘ ਦਰਦ ਪੁਰਸਕਾਰ 1979 ਦੇ ਵਿੱਚ ਸੰਤੋਖ ਸਿੰਘ ਧੀਰ ਹੋਰਾਂ ਨੂੰ ਮਿਲਿਆ। ਭਾਸ਼ਾ ਵਿਭਾਗ ਦਾ ਸਨਮਾਨ 1980 ਨੂੰ ਮਿਲਿਆ, ਔਰ ਇੱਕ ਨਾਗਮਣੀ ਪੁਰਸਕਾਰ ਜਿਹੜਾ ਕਿ ਅੰਮ੍ਰਿਤਾ ਪ੍ਰੀਤਮ ਹੋਰਾਂ ਵੱਲੋਂ ਦਿੱਤਾ ਜਾਂਦਾ ਹੁੰਦਾ ਸੀ, ਉਹ 1982 ਦੇ ਵਿੱਚ ਮਿਲਿਆ। ਪੰਜਾਬੀ ਸਾਹਿਤ ਅਕਾਦਮੀ ਦਾ ਪੁਰਸਕਾਰ 1991 ਦੇ ਵਿੱਚ, ਔਰ ਪੰਜਾਬੀ ਸਾਹਿਤ ਅਕਾਦਮੀ ਦੀ ਇੱਕ ਫੈਲੋਸ਼ਿਪ ਆ ਜਿਹੜੀ, ਉਹ 1993 ਦੇ ਵਿੱਚ ਸੰਤੋਖ ਸਿੰਘ ਧੀਰ ਹੋਰਾਂ ਨੂੰ ਪ੍ਰਾਪਤ ਹੋਈ। 8 ਮਾਰਚ 2010 ਵਿੱਚ ਪੰਜਾਬੀ ਦੇ ਇਸ ਵੱਡੇ ਅਤੇ ਬਹੁਵਿਧਾਵੀ ਲੇਖਕ ਦਾ ਦੇਹਾਂਤ ਹੋ ਗਿਆ। ਸਾਡੇ ਪਾਠਕ੍ਰਮ ਦੇ ਵਿੱਚ ਸ਼ਾਮਲ ਉਹਨਾਂ ਦੀ ਕਹਾਣੀ ਹੈ ਆਪਣਾ ਦੇਸ਼। ਇਸ ਕਹਾਣੀ ਦੇ ਪੂਰੇ ਦਾ ਪੂਰਾ ਟੈਕਸਟ ਬੱਚਿਓ ਇਸ ਲੈਕਚਰ ਦੇ ਦੌਰਾਨ ਪੜ੍ਹ ਸਕਣਾ ਸੰਭਵ ਨਹੀਂ, ਤਾਂ ਅਸੀਂ ਇਸ ਕਹਾਣੀ ਦੀਆਂ ਪ੍ਰਮੁੱਖ ਘਟਨਾਵਾਂ ਉੱਪਰ ਨਜ਼ਰ ਮਾਰਦਿਆਂ ਇਸ ਕਹਾਣੀ ਦੇ ਪ੍ਰਮੁੱਖ ਥੀਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ, ਅਤੇ ਇਸ ਤੋਂ ਬਾਅਦ ਤੁਸੀਂ ਇਸ ਕਹਾਣੀ ਨੂੰ ਆਪਣੀ ਪਾਠ ਪੁਸਤਕ ਦੇ ਵਿੱਚੋਂ ਬੈਠ ਕੇ ਪੜ੍ਹਨਾ। ਮੈਂ ਸਿਰਫ ਉਸ ਕਹਾਣੀ ਦੀਆਂ ਪ੍ਰਮੁੱਖ ਘਟਨਾਵਾਂ ਅਤੇ ਉਹਨਾਂ ਦੇ ਉੱਪਰ ਨਜ਼ਰ ਮਾਰ ਕੇ ਅਤੇ ਅਸੀਂ ਕਹਾਣੀ ਦਾ ਜਿਹੜਾ ਮੁੱਖ ਥੀਮ ਹੈ ਉਹਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਇਸ ਲੈਕਚਰ ਦੇ ਦੌਰਾਨ। ਕਹਾਣੀ ਦਾ ਜਿਹੜਾ ਮੁੱਖ ਪਾਤਰ ਹੈ ਨਰਿੰਜਨ ਸਿੰਘ, ਲਗਭਗ 16 ਵਰ੍ਹੇ ਪਹਿਲਾਂ ਕੈਨੇਡਾ ਚਲਿਆ ਗਿਆ ਸੀ। ਦੇਖੋ, ਜਿਵੇਂ ਪੰਜਾਬ ਦੇ ਵਿੱਚ ਹੁਣ ਵੀ ਇਹ ਰੁਝਾਨ ਕਾਫੀ ਵੱਡੇ ਪੱਧਰ 'ਤੇ ਚੱਲ ਰਿਹਾ ਕਿ ਲੋਕ ਆਪਣੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਅਤੇ ਪੰਜਾਬ ਨੂੰ ਛੱਡ ਕੇ ਵਿਦੇਸ਼ੀ ਧਰਤੀਆਂ ਵੱਲ ਨੂੰ ਹਿਜਰਤ ਕਰ ਰਹੇ ਨੇ, ਉੱਥੇ ਜਾ ਕੇ ਵਸ ਰਹੇ ਨੇ। ਇਸੇ ਤਰ੍ਹਾਂ ਹੀ ਲਗਭਗ 16 ਵਰ੍ਹੇ ਪਹਿਲਾਂ ਨਰਿੰਜਨ ਸਿੰਘ ਕੈਨੇਡਾ ਚਲਿਆ ਗਿਆ ਸੀ, ਅਤੇ ਨਾਲ ਹੀ ਆਪਣੇ ਦੋਵੇਂ ਪੁੱਤਰਾਂ ਨੂੰ ਲੈ ਗਿਆ ਸੀ, ਆਪਦੇ ਪਰਿਵਾਰ ਨੂੰ ਲੈ ਗਿਆ ਸੀ। ਅਤੇ ਇਹ ਜਿਹੜੇ ਉਹਦੇ ਪੁੱਤਰ ਸੀ, ਅਸਲ ਵਿੱਚ ਕਹਾਣੀ ਇਹਨਾਂ ਪੁੱਤਰਾਂ ਦੀ ਆ। ਇਹ ਦੋਨੋਂ ਪੁੱਤਰ ਨਿੱਕੇ ਨਿੱਕੇ ਸੀ, ਇੱਕ ਦੀ ਉਮਰ ਸੀ 1 ਸਾਲ ਅਤੇ ਦੂਸਰੇ ਦੀ ਉਮਰ ਸੀ 2 ਸਾਲ। ਸੋ ਇਹ ਨਿੱਕੇ ਨਿੱਕੇ ਬਾਲ, ਇੱਕ 1 ਸਾਲ ਦਾ ਅਤੇ ਦੂਜਾ 2 ਸਾਲਾਂ ਦਾ, ਉਹਨਾਂ ਨੂੰ ਨਾਲ ਲੈ ਕੇ ਨਰਿੰਜਨ ਸਿੰਘ ਲਗਭਗ 16 ਵਰ੍ਹੇ ਪਹਿਲਾਂ ਕੈਨੇਡਾ ਚਲਿਆ ਗਿਆ, ਅਤੇ ਅੱਜ ਉਹ 16 ਵਰ੍ਹਿਆਂ ਬਾਅਦ ਭਾਰਤ ਆਇਆ ਸੀ। ਕਹਾਣੀ ਇੱਥੋਂ ਸ਼ੁਰੂ ਹੁੰਦੀ ਆ ਕਿ ਅੱਜ ਉਹ 16 ਵਰ੍ਹਿਆਂ ਬਾਅਦ ਭਾਰਤ ਆਇਆ ਸੀ, ਜਿਹੜਾ ਕਿ 16 ਵਰ੍ਹੇ ਪਹਿਲਾਂ ਇੱਥੋਂ ਕੈਨੇਡਾ ਚਲਿਆ ਗਿਆ ਸੀ। ਹੁਣ ਇੱਥੇ ਆਉਣ ਦੇ ਕੁਝ ਕੁ ਉਹਦੇ ਵਿਸ਼ੇਸ਼ ਕਾਰਨ ਸੀ ਕਿ ਉਹ ਇੰਡੀਆ ਜਾਂ ਭਾਰਤ ਨਰਿੰਜਨ ਸਿੰਘ 16 ਵਰ੍ਹਿਆਂ ਬਾਅਦ ਕਿਉਂ ਆਇਆ ਸੀ। ਨਰਿੰਜਨ ਸਿੰਘ ਇੱਕ ਪੜ੍ਹਿਆ ਲਿਖਿਆ ਅਤੇ ਸੂਝਵਾਨ ਵਿਅਕਤੀ ਸੀਗਾ, ਅਤੇ ਇੱਧਰਲੇ ਪੰਜਾਬ ਦੇ ਵਿੱਚ ਉਹ ਅਧਿਆਪਕ ਲੱਗਾ ਹੋਇਆ ਸੀ। ਜਿਵੇਂ ਆਪਾਂ ਪਹਿਲਾਂ ਵੀ ਆਪਾਂ ਗੱਲ ਕਰਕੇ ਹਟੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹੋਰ ਚੰਗੇਰੇ ਹੋਣ ਦੀ ਇੱਛਾ ਦੇ ਨਾਲ, ਹੋਰ ਆਰਥਿਕ ਲਾਭ ਲੈਣ ਦੇ ਇੱਛਾ ਦੇ ਨਾਲ ਪੰਜਾਬ ਨੂੰ ਛੱਡ ਕੇ ਵੱਖ-ਵੱਖ ਹੋਰ ਦੇਸ਼ਾਂ ਦੇ ਵਿੱਚ ਜਾ ਕੇ ਵਸ ਰਹੇ ਨੇ। ਇਸੇ ਤਰ੍ਹਾਂ ਹੀ ਲਗਭਗ 16 ਵਰ੍ਹੇ ਪਹਿਲਾਂ ਨਰਿੰਜਨ ਸਿੰਘ ਆਪਣੀ ਅਧਿਆਪਕ ਦੀ ਨੌਕਰੀ ਛੱਡ ਕੇ ਕੈਨੇਡਾ ਚਲਿਆ ਗਿਆ ਸੀ, ਅਤੇ ਅੱਜ ਕੱਲ੍ਹ
ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਵਿੱਚ ਰਹਿ ਰਿਹਾ ਸੀ। ਕੈਨੇਡਾ ਘਰ ਵਿੱਚ ਉਹ ਪੰਜਾਬੀ ਬੋਲਦੇ ਸਨ, ਪਰ ਬੱਚੇ ਇਉਂ ਬੋਲਦੇ ਸੀ ਜਿਵੇਂ ਕੋਈ ਵਿਦੇਸ਼ੀ ਸਿੱਖ ਸੁੱਖ ਕੇ ਬੋਲਦਾ। ਪੰਜਾਬੀ ਵੀ ਉਹਨਾਂ ਬੱਚਿਆਂ ਨੂੰ ਬੋਲਣੀ ਨਹੀਂ ਆਉਂਦੀ। ਅਤੇ ਸਭ ਤੋਂ ਪਹਿਲੀ ਗੱਲ ਜਿਹੜੀ ਹੈਗੀ ਆ, ਪਹਿਲਾ ਕਾਰਨ ਇਸ ਇੰਡੀਆ ਦੇ ਵਿੱਚ ਵਾਪਸ ਆਉਣ ਦਾ ਇਹ ਬਣਦਾ ਕਿ ਉਹ ਬੱਚੇ ਪੰਜਾਬੀ ਨੂੰ ਵੀ ਚੰਗੀ ਤਰ੍ਹਾਂ ਨਾ ਤਾਂ ਸਮਝਦੇ ਸੀ ਅਤੇ ਨਾ ਹੀ ਪੰਜਾਬੀ ਨੂੰ ਚੰਗੀ ਤਰ੍ਹਾਂ ਉਹ ਬੱਚੇ ਬੋਲ ਸਕਦੇ ਸੀ। ਤਾਂ ਨਰਿੰਜਨ ਸਿੰਘ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਸਾਡੇ ਬੱਚੇ ਆ ਜਿਹੜੇ ਉਹ ਸਾਡੇ ਪੰਜਾਬ ਦੇ ਸੱਭਿਆਚਾਰ ਨਾਲੋਂ ਅਤੇ ਪੰਜਾਬ ਦੇ ਅਮੀਰ ਵਿਰਸੇ ਨਾਲੋਂ ਟੁੱਟ ਰਹੇ ਆ। ਸੋ ਪੰਜਾਬ ਦਿਖਾਉਣ ਵਾਸਤੇ, ਭਾਰਤ ਦਿਖਾਉਣ ਵਾਸਤੇ, ਪੰਜਾਬ ਦਾ ਸੱਭਿਆਚਾਰ ਦਿਖਾਉਣ ਵਾਸਤੇ ਅਤੇ ਪੰਜਾਬ ਦੇ ਵਿਰਸੇ ਨਾਲ ਸਾਂਝ ਪਵਾਉਣ ਵਾਸਤੇ ਅੱਜ 16 ਵਰ੍ਹਿਆਂ ਬਾਅਦ ਨਰਿੰਜਨ ਸਿੰਘ ਆਪਣੇ ਇਹਨਾਂ ਬੱਚਿਆਂ ਨੂੰ ਲੈ ਕੇ ਭਾਰਤ ਆਇਆ ਸੀ। ਉਹ ਚਾਹੁੰਦਾ ਸੀ ਕਿ ਬੱਚੇ ਭਾਰਤ ਨੂੰ ਦੇਖ ਸਕਣ, ਕਿਉਂਕਿ ਉਹਨਾਂ ਬੱਚਿਆਂ ਨੇ ਭਾਰਤ ਨੂੰ ਉੱਕਾ ਹੀ ਦੇਖਿਆ ਨਹੀਂ ਹੋਇਆ ਸੀ। ਕਿਉਂਕਿ 16 ਵਰ੍ਹੇ ਪਹਿਲਾਂ ਉਹ ਚਲੇ ਗਏ ਸੀ। ਇੱਕ ਦੀ ਉਮਰ 1 ਸਾਲ ਸੀ ਅਤੇ ਦੂਜੇ ਦੀ 2 ਸਾਲ। ਤੋਂ ਛੋਟੇ ਛੋਟੇ ਬੱਚਿਆਂ ਨੂੰ ਕੋਈ ਉਸ ਵੇਲੇ ਸੁਰਤ ਨਹੀਂ ਸੀ ਅਤੇ ਹੁਣ ਉਹ ਕੈਨੇਡਾ ਦੇ ਵਿੱਚ ਹੀ ਵੱਡੇ ਹੋਏ ਸੀ, ਜੰਮੇ ਪਲੇ ਸੀ, 18 ਵਰ੍ਹਿਆਂ ਦੇ ਲਗਭਗ ਹੋ ਗਏ ਸੀਗੇ। ਅਤੇ ਉਹ ਫਿਰ ਦੇਖੋ ਵੀ ਉੱਥੇ ਹੀ ਰਹਿ ਰਹੇ ਸੀ ਅਤੇ ਉਹਨਾਂ ਨੂੰ ਪੰਜਾਬ ਬਾਰੇ ਅਤੇ ਭਾਰਤ ਬਾਰੇ ਕੋਈ ਜਾਣਕਾਰੀ ਨਹੀਂ ਸੀ। ਨਾ ਹੀ ਉਹਨਾਂ ਨੇ ਪੰਜਾਬ ਦੇਖਿਆ ਸੀ, ਨਾ ਹੀ ਉਹਨਾਂ ਨੇ ਭਾਰਤ ਦੇਖਿਆ ਸੀ। ਇਸ ਕਰਕੇ ਨਰਿੰਜਨ ਸਿੰਘ ਚਾਹੁੰਦਾ ਸੀ ਕਿ ਉਹ ਆਪਦੇ ਪੰਜਾਬ ਨੂੰ ਦੇਖਣ, ਭਾਰਤ ਨੂੰ ਦੇਖਣ। ਇਸ ਕਰਕੇ ਉਹ 16 ਵਰ੍ਹਿਆਂ ਬਾਅਦ ਉਹਨਾਂ ਨੂੰ ਅੱਜ ਭਾਰਤ ਲੈ ਕੇ ਆਇਆ ਸੀ। ਨਰਿੰਜਨ ਸਿੰਘ ਨੇ ਕੈਨੇਡਾ ਦੇ ਵਿੱਚ ਵੀ ਉਹਨਾਂ ਨੂੰ ਪੰਜਾਬ ਨਾਲ ਅਤੇ ਭਾਰਤ ਦੇ ਵਿਰਸੇ ਨਾਲ ਜੋੜਨ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ। ਉੱਥੇ ਉਹ ਲਗਾਤਾਰ ਕੋਸ਼ਿਸ਼ਾਂ ਕਰਦੇ ਰਹੇ ਕਿ ਇਹ ਬੱਚੇ ਪੰਜਾਬ ਨੂੰ ਜਾਣਨ, ਭਾਰਤ ਨੂੰ ਜਾਣਨ, ਉੱਥੋਂ ਦੇ ਸੱਭਿਆਚਾਰ ਨੂੰ ਜਾਣਨ। ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਵਿੱਚ ਉਹ ਕੀ ਕਰਦੇ ਸੀ ਕਿ ਉਹਨਾਂ ਨੇ, ਨਰਿੰਜਨ ਸਿੰਘ ਜੀ ਨੇ ਆਪਣੇ ਬੱਚਿਆਂ ਨੂੰ ਰਾਮਾਇਣ ਬਾਰੇ ਕਾਫੀ ਕੁਛ ਦੱਸਣ ਦੀ ਕੋਸ਼ਿਸ਼ ਕੀਤੀ, ਮਹਾਭਾਰਤ ਬਾਰੇ ਕਾਫੀ ਕੁਛ ਦੱਸਣ ਦੀ ਕੋਸ਼ਿਸ਼ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਉਹਨਾਂ ਨੇ ਬਹੁਤ ਕੁਝ ਵਿਦਿਆਰਥੀਆਂ ਨੂੰ ਦੱਸਣ ਦੀ, ਆਪਣੇ ਬੱਚਿਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ। ਵੈਨਕੂਵਰ ਦੇ ਵਿੱਚ ਉਹ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਜਾਂਦੇ ਸੀ। ਤਾਂ ਉਹਨਾਂ ਬੱਚਿਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇਖਿਆ ਸੀ। ਵੈਨਕੂਵਰ ਦੇ ਵਿੱਚ ਰੁਮਾਲਿਆਂ ਦੇ ਵਿੱਚ ਲਪੇਟਿਆ ਹੋਇਆ, ਸਾਫ ਸੁਥਰਾ, ਜਿਹਨੂੰ ਲੋਕ ਬਹੁਤ ਨਮਸਕਾਰ ਕਰ ਰਹੇ ਸੀ, ਨਤਮਸਤਕ ਹੋ ਰਹੇ ਸੀ। ਪਰ ਬੱਚਿਆਂ ਦੇ ਇਹ ਗੱਲ ਚੰਗੀ ਤਰ੍ਹਾਂ ਸਮਝ ਨਹੀਂ ਪੈ ਰਹੀ ਸੀ, ਕਿਉਂਕਿ ਬੱਚੇ ਇੱਥੋਂ ਦੇ ਸੱਭਿਆਚਾਰ ਨਾਲ, ਇੱਥੋਂ ਦੇ ਵਿਰਸੇ ਨਾਲ ਜਿਹੜੀ ਉਹਨਾਂ ਦੀ ਸਾਂਝ ਨਹੀਂ ਸੀ। ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਨਰਿੰਜਨ ਸਿੰਘ ਨੇ ਆਪਣੇ ਬੱਚਿਆਂ ਨੂੰ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਦਿਖਾਈਆਂ। ਉਹਨਾਂ ਨੇ ਦੱਸਿਆ ਕਿ ਇਹ ਸਾਡੇ ਪਹਿਲੇ ਗੁਰੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ, ਇਹ ਸਾਡੇ ਦੂਸਰੇ ਗੁਰੂ ਨੇ, ਇਹ ਸਾਡੇ ਤੀਸਰੇ ਗੁਰੂ ਨੇ, ਇਹ ਸਾਡੇ 10ਵੇਂ ਗੁਰੂ ਨੇ। ਸਾਰੇ ਗੁਰੂ ਸਾਹਿਬਾਨਾਂ ਬਾਰੇ ਉਹਨਾਂ ਬੱਚਿਆਂ ਨੂੰ ਦੱਸਿਆ। ਅਤੇ ਉਹ ਬੱਚੇ ਜਦੋਂ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਦੇਖ ਰਹੇ ਸਨ ਤਾਂ ਬੜਾ ਅਜੀਬ ਤਰ੍ਹਾਂ ਦਾ ਮੂਹਰੋਂ ਜਿਹੜਾ ਹੈਗਾ ਉਹ ਪ੍ਰਤੀਕਰਮ ਦੇ ਰਹੇ ਸਨ। ਤਾਂ ਇੱਕ ਬੱਚਾ ਪ੍ਰਤੀਕਰਮ ਕੀ ਦਿੰਦਾ, ਕਹਿੰਦਾ ਗੁਰੂ ਹਰਕ੍ਰਿਸ਼ਨ ਜੀ ਦੀ ਤਸਵੀਰ ਦੇਖ ਕੇ ਇੱਕ ਨੇ ਕਿਹਾ, ਡੈਡ ਇਹ ਚਾਈਲਡ ਵੀ ਗੁਰੂ ਸੀ। ਦੇਖੋ, ਕਿਉਂਕਿ ਸਾਡੇ 8ਵੇਂ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੀ ਜਿਹੜੀ ਉਮਰ ਸੀ ਉਹ ਲਗਭਗ ਛੋਟੀ ਸੀ, 7-8 ਸਾਲ ਦੀ। ਇਸ ਕਰਕੇ ਉਹਨਾਂ ਨੂੰ ਲੱਗਿਆ ਕਿ ਇਹਨਾਂ ਦੀ ਉਮਰ ਬਹੁਤ ਛੋਟੀ ਆ। ਤਾਂ ਉਹ ਕਹਿੰਦੇ ਕਿ ਡੈਡ ਇਹ ਚਾਈਲਡ ਵੀ ਗੁਰੂ ਸੀ। ਹਾਂ, ਇਹ ਵੀ ਗੁਰੂ ਸਨ। ਚਾਈਲਡ ਨਾ ਕਹੋ, ਬਾਬਾ ਜੀ ਕਹੋ, ਗੁਰੂ ਮਹਾਰਾਜ ਕਹੋ, ਇਹ ਆਪਣੇ 8ਵੇਂ ਗੁਰੂ ਹਨ। ਨਮਸਕਾਰ ਕਰੋ ਬੇਟਾ, ਨਮਸਕਾਰ ਕਰੋ। ਉਹਨਾਂ ਨੇ ਆਪਣੇ ਹੱਥ ਜੋੜ ਕੇ ਨਮਸਕਾਰ ਕਰਕੇ ਕਿਹਾ, ਇਉਂ ਕਰੋ ਨਮਸਕਾਰ। ਉਹਨਾਂ ਦੋਹਾਂ ਨੇ ਹੱਥ ਜੋੜ ਕੇ ਉਵੇਂ ਹੀ ਨਮਸਕਾਰ ਕੀਤਾ, ਪਰ ਓਪਰਿਆਂ ਜਿਹਾ ਵਾਂਗ ਹੀ, ਕਿਉਂਕਿ ਉਸ ਵਾਂਗ ਤਾਂ ਉਹਨਾਂ ਨੂੰ ਕਰਨਾ ਹੀ ਨਹੀਂ ਸੀ ਆਉਂਦਾ। ਤਾਂ ਦੇਖੋ, ਜਿਵੇਂ ਨਰਿੰਜਨ ਸਿੰਘ ਨਮਸਕਾਰ ਕਰਦਾ ਸੀ ਉਵੇਂ ਉਹਨਾਂ ਬੱਚਿਆਂ ਨੂੰ ਕਰਨਾ ਹੀ ਨਹੀਂ ਆਉਂਦਾ ਸੀ, ਕਿਉਂਕਿ ਉਹ ਪੰਜਾਬ ਦੇ ਸੱਭਿਆਚਾਰ ਬਾਰੇ, ਪੰਜਾਬ ਦੇ ਧਰਮ ਬਾਰੇ ਕੁਝ ਵੀ ਨਹੀਂ ਜਾਣਦੇ ਸਨ।
ਫਿਰ ਉਹਨਾਂ ਨੇ ਕੀ ਦੇਖਿਆ ਕਿ ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਦਿਨਾਂ ਦੀਆਂ ਗੱਲਾਂ ਨਿਰੰਜਨ ਸਿੰਘ ਜੀ ਦੱਸ ਰਹੇ ਨੇ ਕਿ ਰਾਮਾਇਣ ਅਤੇ ਮਹਾਭਾਰਤ ਦੀਆਂ ਜਿਹੜੀਆਂ ਹੈਗੀਆਂ ਵੀਡੀਓ ਕੈਸਟਾਂ ਆ ਗਈਆਂ ਸੀ, ਸੀਰੀਅਲ ਬਣ ਚੁੱਕੇ ਸਨ ਉਹਨਾਂ 'ਤੇ। ਤਾਂ ਨਿਰੰਜਨ ਸਿੰਘ ਨੇ ਸੋਚਿਆ ਕਿ ਕਿਉਂ ਨਾ ਬੱਚਿਆਂ ਨੂੰ ਉਹ ਵੀਡੀਓ ਕੈਸਟ ਲਿਆ ਕੇ ਰਾਮਾਇਣ ਦਿਖਾਈ ਜਾਵੇ, ਮਹਾਭਾਰਤ ਦਿਖਾਈ ਜਾਵੇ, ਤਾਂ ਜੋ ਉਹ ਭਾਰਤ ਦੇ ਮਿਥਿਹਾਸ ਨੂੰ, ਭਾਰਤ ਦੇ ਇਸ ਸੱਭਿਆਚਾਰ ਨੂੰ ਜਾਣ ਸਕਣ। ਤਾਂ ਜਦੋਂ ਟੈਲੀਵਿਜ਼ਨ ਦੇ ਉੱਪਰ ਨਿਰੰਜਨ ਸਿੰਘ ਹੋਰਾਂ ਨੇ ਰਾਮਾਇਣ ਲਗਾਈ ਤਾਂ ਰਾਮਾਇਣ ਨੂੰ ਦੇਖਣ ਤੋਂ ਬਾਅਦ ਵੀ ਬੱਚੇ ਅਜੀਬ ਤਰ੍ਹਾਂ ਦਾ ਪ੍ਰਤੀਕਰਮ ਦਿੰਦੇ ਨੇ। ਕੀ ਕਹਿੰਦੇ ਨੇ ਕਿ ਰਾਮਾਇਣ ਦੇ ਵਿੱਚ ਹਨੂਮਾਨ ਅਤੇ ਉਹਨਾਂ ਦੀ ਬਾਨਰ ਸੈਨਾ ਉਹਨਾਂ ਨੂੰ ਬੜੀ ਹੀ ਅਦਭੁਤ ਲੱਗੀ ਸੀ। ਉਹਨਾਂ ਵਿੱਚੋਂ ਹਨੂਮਾਨ ਨੂੰ ਦੇਖ ਕੇ ਇੱਕ ਨੇ ਕਿਹਾ ਸੀ, ਡੈਡ, ਇੰਡੀਆ ਵਿੱਚ ਪੂਛਾਂ ਵਾਲੇ ਲੋਕ ਵੀ ਨੇ। ਨਹੀਂ, ਉਹਨੇ ਹੱਸ ਕੇ ਕਿਹਾ। ਫਿਰ ਇਹ ਕਿੱਥੋਂ ਆ ਗਏ? ਇਹ ਗੱਲ ਕੁਝ ਹੋਰ ਹੈ। ਇਹ ਘੜੀ ਹੋਈ ਕਹਾਣੀ ਹੈ, ਇਹ ਹੂ ਬਹੂ ਸੱਚ ਨਹੀਂ। ਫਿਰ ਇਹ ਘੜੀ ਕਿਉਂ ਗਈ ਹੈ? ਝੂਠ। ਇਹ ਪ੍ਰਾਚੀਨ ਕਹਾਣੀ ਹੈ, ਇਹ ਇਸੇ ਤਰ੍ਹਾਂ ਹੀ ਹੁੰਦੀ ਹੈ, ਘੜੀ ਹੋਈ, ਮਨੋਕਲਪਿਤ। ਇਹਨੂੰ ਮਿਥਿਹਾਸ ਕਹਿੰਦੇ ਹਨ, ਅੰਗਰੇਜ਼ੀ ਵਿੱਚ ਮਾਈਥੋਲੋਜੀ। ਇਹ ਹਰ ਕੌਮ ਦੀ ਹੁੰਦੀ ਹੈ, ਮਿਸਰ ਦੀ, ਯੂਨਾਨ ਦੀ, ਚੀਨ ਦੀ। ਇਹ ਆਪਣੀ ਆ, ਇਹ ਆਪਣੇ ਭਾਰਤ ਦੀ ਰੂਹ ਹੈ। ਅੱਛਾ, ਇਹ ਰੂਹ ਹੈ। ਅਤੇ ਉਹ ਹੱਸ ਪਏ। ਦੇਖੋ, ਇਹ ਸਾਰੀਆਂ ਗੱਲਾਂ ਸੀਗੀਆਂ ਕਿ ਉਹ ਪੰਜਾਬ ਬਾਰੇ, ਭਾਰਤ ਬਾਰੇ ਕੁਝ ਵੀ ਨਹੀਂ ਸੀ ਜਾਣਦੇ। ਤਾਂ ਨਿਰੰਜਨ ਸਿੰਘ ਨੂੰ ਜਦੋਂ ਇਹ ਚਿੰਤਾ ਲੱਗੀ ਕਿ ਬੱਚੇ ਇੱਥੇ ਹੀ ਵੱਡੇ ਹੋ ਗਏ ਆ ਅਤੇ ਇਹ ਆਪਣੇ ਪੰਜਾਬ ਨੂੰ, ਭਾਰਤ ਨੂੰ ਬਿਲਕੁਲ ਭੁੱਲ ਰਹੇ ਆ, ਤਾਂ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਅੱਜ 16 ਵਰ੍ਹਿਆਂ ਬਾਅਦ ਨਿਰੰਜਨ ਸਿੰਘ ਆਪਣੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਭਾਰਤ ਆ ਗਿਆ। ਅਤੇ ਉਹ ਦਸੰਬਰ ਦੇ ਅੱਧ ਵਿਚਕਾਰ ਜਿਹੇ ਭਾਰਤ ਆ ਗਏ ਅਤੇ ਹੁਣ ਉਹ ਇੱਥੇ ਘੁੰਮ ਰਹੇ ਸੀ। ਇੱਧਰ ਉੱਧਰ ਪੰਜਾਬ ਦੀਆਂ ਕੁਝ ਚੀਜ਼ਾਂ, ਹਿੰਦੁਸਤਾਨ ਦੀਆਂ ਕੁਝ ਮਹੱਤਵਪੂਰਨ ਚੀਜ਼ਾਂ ਉਹ ਆਪਣੇ ਬੱਚਿਆਂ ਨੂੰ ਦਿਖਾ ਰਹੇ ਸਨ ਨਿਰੰਜਨ ਸਿੰਘ ਜੀ। ਘੁੰਮਦਿਆਂ ਘੁਮਾਉਂਦਿਆਂ ਇੱਕ ਦਿਨ ਉਹਨਾਂ ਨੇ ਦਿੱਲੀ ਦੇ ਵਿੱਚ ਰੁਕਣਾ ਸੀ। ਦਿੱਲੀ ਨਿਰੰਜਨ ਸਿੰਘ ਹੁਣਾਂ ਦਾ ਇੱਕ ਦੋਸਤ ਪਾਰਲੀਮੈਂਟ ਦਾ ਮੈਂਬਰ ਸੀ, ਉਹਦੇ ਕੋਲ ਇੱਕ ਰਾਤ ਰੁਕਣਾ ਸੀ। ਪਰ ਜਦੋਂ ਉਸ ਮੈਂਬਰ ਪਾਰਲੀਮੈਂਟ ਦੇ ਘਰ ਫੋਨ ਕੀਤਾ ਗਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂਬਰ ਪਾਰਲੀਮੈਂਟ ਕਿਤੇ ਬਾਹਰ ਗਏ ਹੋਏ ਨੇ, ਇਸ ਕਰਕੇ ਘਰ ਨਹੀਂ। ਸੋ ਉਹਨਾਂ ਨੂੰ ਮਜਬੂਰੀ ਬਸ ਉਹਨਾਂ ਨੇ ਕਿਸੇ ਹੋਰ ਦੋਸਤ ਨੂੰ ਫੋਨ ਕੀਤਾ। ਉਹ ਦੋਸਤ ਬੜਾ ਪਿਆਰਾ ਦੋਸਤ ਸੀਗਾ, ਭਾਵੇਂ ਉਹਦਾ ਘਰ ਬਹੁਤ ਛੋਟਾ ਸੀ ਅਤੇ ਪਰ ਉਹਦਾ ਦਿਲ ਬਹੁਤ ਵੱਡਾ ਸੀ। ਉਸ ਦੋਸਤ ਦੇ ਘਰ ਨਿਰੰਜਨ ਸਿੰਘ ਪਹੁੰਚ ਜਾਂਦੇ ਆ ਅਤੇ ਉਸ ਦਿੱਲੀ ਵਾਲੇ ਦੋਸਤ ਦੇ ਘਰ ਉਹ ਰੁਕਦੇ ਆ ਅਤੇ ਉੱਥੇ ਇੱਕ ਦੋ ਦੋਸਤ ਹੋਰ ਵੀ ਆਉਂਦੇ ਆ। ਉਹ ਸਾਰਾ ਉਹਨਾਂ ਦਾ ਪਰਿਵਾਰ ਮਿਲ ਕੇ ਬੈਠਦੇ ਆ ਅਤੇ ਇਹਨਾਂ ਬੱਚਿਆਂ ਬਾਰੇ ਉੱਥੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ। ਉਹ ਕੀ ਹੁੰਦਾ ਕਿ ਦੇਖੋ, ਉਹ ਜਿਹੜਾ ਮੇਜ਼ਬਾਨ ਆ ਦਿੱਲੀ ਵਾਲਾ, ਉਹ ਬਹੁਤ ਸੇਵਾ ਕਰਦਾ। ਉਹ ਜੋ ਵੀ ਕਰ ਸਕਦਾ ਸੀ ਉਹਨਾਂ ਲਈ, ਖਾਣ ਪੀਣ ਦੀਆਂ ਚੀਜ਼ਾਂ, ਉਹਨਾਂ ਲਈ ਰੋਟੀ ਪਾਣੀ, ਜੋ ਵੀ ਉਹ ਸੇਵਾ ਕਰ ਸਕਦਾ ਸੀ ਕਰਦਾ। ਪਰ ਬੱਚੇ ਕੁਝ ਵੀ ਖਾ ਪੀ ਨਹੀਂ ਰਹੇ ਸਨ, ਕੁਝ ਨਹੀਂ ਖਾ ਰਹੇ ਸਨ। ਉਹਦਾ ਇੱਕ ਕਾਰਨ ਸੀ ਕਿ ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਕਿਤੇ ਨਾ ਕਿਤੇ ਬੈਠੀ ਹੋਈ ਸੀ ਕਿ ਜਿਹੜਾ ਹਿੰਦੁਸਤਾਨ ਦਾ ਜਾਂ ਭਾਰਤ ਦਾ ਖਾਣਾ ਹੁੰਦਾ ਉਹ ਹੈਲਦੀ ਨਹੀਂ ਹੁੰਦਾ, ਸਿਹਤ ਵਾਸਤੇ ਚੰਗਾ ਨਹੀਂ ਹੁੰਦਾ। ਇਸ ਕਰਕੇ ਉਹ ਕੁਝ ਨਹੀਂ ਖਾ ਰਹੇ ਸਨ। ਇਹ ਬੜੀ ਅਜੀਬ ਗੱਲ ਸੀ। ਅਤੇ ਪਾਣੀ ਵੀ ਨਹੀਂ ਪੀ ਰਹੇ ਸਨ। ਪਰ ਉਹ ਮੇਜ਼ਬਾਨ ਨੇ, ਦਿੱਲੀ ਵਾਲੇ ਨੇ ਕਿਹਾ ਵੀ ਪਾਣੀ ਪੀ ਲਓ, ਪਾਣੀ ਫਿਲਟਰ ਦਾ ਪਾਣੀ ਆ। ਜਦੋਂ ਉਹ ਬੱਚਿਆਂ ਨੂੰ ਪਤਾ ਲੱਗਿਆ ਕਿ ਇਹ ਪਾਣੀ ਫਿਲਟਰ ਦਾ ਪਾਣੀ ਆ ਅਤੇ ਫਿਰ ਉਹਨਾਂ ਨੇ ਪਾਣੀ ਪੀ ਲਿਆ ਰੱਜ ਕੇ। ਅਤੇ ਫਿਰ ਥੋੜ੍ਹੀ ਥੋੜ੍ਹੀ ਚੀਜ਼ ਵੀ ਖਾ ਲਈ ਨਾਲ, ਮੁੜ ਕੇ ਕੋਈ ਖਾਣ ਪੀਣ ਵਾਲੀ। ਤਾਂ ਬੜੇ ਅਜੀਬ ਤਰ੍ਹਾਂ ਦੇ ਉਹ ਬੱਚੇ ਸੀ। ਉਹ ਉੱਥੇ ਬੈਠੇ ਸੀਗੇ ਉਸ ਘਰ ਦੇ ਵਿੱਚ, ਦਿੱਲੀ ਵਾਲੇ ਦੇ ਵਿੱਚ, ਪਰ ਓਪਰੇਪਣ ਨਾਲ ਬੈਠੇ ਸੀ। ਉਹਨਾਂ ਨੂੰ ਨਾ ਤਾਂ ਉਹਨਾਂ ਲੋਕਾਂ ਦੀਆਂ ਗੱਲਾਂ 'ਚ ਕੋਈ ਦਿਲਚਸਪੀ ਸੀ ਅਤੇ ਨਾ ਹੀ ਕਿਸੇ ਹੋਰ ਚੀਜ਼ ਦੇ ਵਿੱਚ, ਕੋਈ ਖਾਣ ਪੀਣ ਦੇ ਵਿੱਚ ਦਿਲਚਸਪੀ ਸੀ। ਬਸ ਉਹ ਚੁੱਪ ਕਰਕੇ ਉੱਥੇ ਬੈਠੇ ਸਨ, ਜਿਵੇਂ ਕੋਈ ਓਪਰਾ ਬੰਦਾ ਬੈਠਾ ਹੁੰਦਾ।
ਤਾਂ ਬੜੀਆਂ ਅਜੀਬ ਗੱਲਾਂ ਸੀ। ਫਿਰ ਉੱਥੇ ਇੱਕ ਗੱਲਬਾਤ ਹੁੰਦੀ ਆ, ਕਿਉਂਕਿ ਨਿਰੰਜਨ ਸਿੰਘ ਉਹਨਾਂ ਨੂੰ ਇੰਡੀਆ ਘੁਮਾ ਰਿਹਾ ਸੀ। ਤਾਂ ਫਿਰ ਉੱਥੇ ਬੈਠੇ ਦੋਸਤ ਉਹਨਾਂ ਬੱਚਿਆਂ ਬਾਰੇ ਗੱਲਾਂ ਬਾਤਾਂ ਕਰਦੇ ਆ। ਤਾਂ ਉਹ ਉਹਨੂੰ ਪੁੱਛਦੇ ਆ, ਉਹਨਾਂ ਨੇ ਉਹਨਾਂ ਦੇ ਬਾਪ ਨੂੰ ਪੁੱਛਿਆ ਕਿਹੋ ਜਿਹਾ ਲੱਗਾ ਫਿਰ ਇਹਨਾਂ ਨੂੰ ਆਪਣਾ ਦੇਸ਼ ਇੰਡੀਆ। ਬਸ ਕਹਿੰਦੇ ਠੀਕ ਹੈ, ਟ੍ਰੈਫਿਕ ਕਹਿੰਦੇ ਬਹੁਤ ਹੈ, ਢੰਗ ਤਰੀਕਾ ਨਹੀਂ ਹੈ, ਕਦੇ ਗੱਡਾ ਆ ਜਾਂਦਾ ਹੈ ਮੂਹਰੇ, ਕਦੇ ਮੱਝ ਆ ਜਾਂਦੀ ਹੈ ਅੱਗੇ, ਕੱਚੀ ਥਾਂ ਵੀ ਬਹੁਤ ਹੈ, ਸੜਕਾਂ ਚੰਗੀਆਂ ਨਹੀਂ ਹਨ, ਲੋਕੀ ਉੱਚੀ ਬੋਲਦੇ ਆ। ਤਾਜ ਮਹਿਲ ਦੇਖਿਆ? ਹਾਂ, ਉਹ ਦਿਖਾਇਆ ਹੈ। ਕੀ ਕਹਿੰਦੇ ਸਨ ਦੇਖ ਕੇ? ਕਹਿੰਦੇ ਸਨ ਕਿ ਚੰਗਾ ਹੈ। ਬਸ ਕੇਵਲ ਚੰਗਾ ਹੀ? ਬਸ ਇੰਨਾ ਹੀ ਕਿਹਾ ਸੀ। ਅਤੇ ਦਰਬਾਰ ਸਾਹਿਬ ਅੰਮ੍ਰਿਤਸਰ? ਹਾਂ, ਉਹ ਵੀ ਦੇਖਿਆ। ਉਸ ਬਾਰੇ ਕੀ ਕਹਿੰਦੇ ਸਨ? ਬਸ ਇਹੋ, ਠੀਕ ਹੈ, ਬੋਲਦੇ ਹੀ ਥੋੜ੍ਹਾ ਹਨ। ਯਾਰ, ਇਹ ਤਾਂ ਆਪਣੇ ਦੇਸ਼ ਭਾਰਤ ਦੇ ਅਜੂਬੇ ਹਨ, ਇੱਕ ਚੰਨ ਅਤੇ ਇੱਕ ਸੂਰਜ, ਯਾਨੀ ਚੰਨ ਤਾਜ ਮਹਿਲ ਔਰ ਸ੍ਰੀ ਹਰਿਮੰਦਰ ਸਾਹਿਬ, ਇਹ ਤਾਂ ਸਾਡੇ ਭਾਰਤ ਦੇ ਅਜੂਬੇ ਨੇ। ਅਤੇ ਇਹਨਾਂ ਬਾਰੇ ਵੀ ਉਹ ਕਹਿੰਦੇ ਵੀ ਬਸ ਠੀਕ ਆ। ਕਹਿੰਦਾ ਅਸਲ ਵਿੱਚ ਇਹਨਾਂ ਨੂੰ ਮਹੱਤਤਾ ਦਾ ਪਤਾ ਨਹੀਂ। ਕਹਿੰਦੇ ਨਾਈਸ ਬਿਲਡਿੰਗਾਂ ਹਨ। ਉਹਨੇ ਥੋੜ੍ਹਾ ਹੱਸ ਕੇ ਕਿਹਾ, ਬਾਕੀ ਵੀ ਮੁਸਕਰਾ ਪਏ। ਇਤਿਹਾਸ ਦੱਸ ਦੇਣਾ ਸੀ ਜੀ, ਫਾਲੋ ਹੀ ਨਹੀਂ ਕਰਦੇ। ਇੰਨੇ ਜੋਗੇ ਇਹ ਕਿੱਥੇ? ਅਸਲ ਵਿੱਚ ਮੈਂ ਇਸ ਗੱਲੋਂ ਬਹੁਤ ਹੀ ਪਰੇਸ਼ਾਨ ਹਾਂ। ਮੈਂ ਚਾਹੁੰਦਾ ਹਾਂ ਕਿ ਆਪਣੀ ਮਾਤਰੀ ਭੂਮੀ ਨਾਲ ਜੁੜਨ, ਆਪਣੇ ਆਪ ਦੀ ਜੜ੍ਹ ਨੂੰ ਜਾਣਨ। ਪਰ ਜਦੋਂ ਅਸੀਂ ਆਏ ਸਾਂ, ਸਵੇਰ ਵੇਲੇ ਦਿੱਲੀ ਏਅਰਪੋਰਟ ਉੱਤੇ ਪੁੱਜੇ ਸਾਂ, ਜਹਾਜ਼ ਲੈਂਡ ਕਰਨ ਲੱਗਾ, ਮੇਰੇ ਮੂੰਹੋਂ ਆਪਣੇ ਆਪ ਹੀ ਆ ਗਈ ਮੇਰੀ ਮਾਤਰੀ ਭੂਮੀ। ਮਾਤਰੀ ਭੂਮੀ ਨਮਸਕਾਰ ਦੇ ਲਫ਼ਜ਼ ਨਿਕਲ ਰਹੇ ਸਨ, ਪਰ ਇਹ ਦੋਵੇਂ ਚੁੱਪ ਸਨ। ਜਹਾਜ਼ ਵਿੱਚੋਂ ਲੱਥੇ ਤਾਂ ਮੈਂ ਧਰਤੀ ਨੂੰ ਹੱਥ ਲਾ ਕੇ ਮੱਥੇ ਨਾਲ ਛੁਹਾਇਆ ਅਤੇ ਨਮਸਕਾਰ ਆਖਿਆ, ਪਰ ਇਹ ਚੁੱਪ ਦੇ ਚੁੱਪ ਸਨ। ਫੀਲਿੰਗ ਹੀ ਕੋਈ ਨਹੀਂ ਸੀ, ਸਗੋਂ ਇਉਂ ਦੇਖਣ ਜਿਵੇਂ ਮੈਂ ਕੋਈ ਪੱਥਰ ਯੁੱਗ ਦਾ ਪਛੜਿਆ ਹੋਇਆ ਵਿਅਕਤੀ ਹੋਵਾਂ। ਦੇਖੋ, ਬੱਚਿਆਂ ਨੂੰ ਕੋਈ ਰਿਐਕਟ ਨਹੀਂ ਕਰ ਰਹੇ ਸਨ, ਕਿਉਂਕਿ ਬੱਚਿਆਂ ਨੂੰ ਇਸ ਇੰਡੀਆ ਨਾਲ, ਇਸ ਪੰਜਾਬ ਨਾਲ ਕਿਸੇ ਤਰ੍ਹਾਂ ਦਾ ਕੋਈ ਸਾਂਝ ਨਹੀਂ ਸੀ ਉਹਨਾਂ ਬੱਚਿਆਂ ਦੀ। ਤਾਂ ਫਿਰ ਮੇਜ਼ਬਾਨ ਫਿਰ ਇੱਕ ਟਿੱਪਣੀ ਕਰਦੇ ਨੇ ਸਾਰੀ ਗੱਲਬਾਤ 'ਤੇ। ਕਹਿੰਦੇ ਅਸਲ ਵਿੱਚ ਨਿਰੰਜਨ ਸਿੰਘ ਜੀ, ਮੇਜ਼ਬਾਨ ਨੇ ਆਖਿਆ, ਇਹ ਇੱਥੇ ਇਸ ਦੇਸ਼ ਨਾਲ ਫੈਮਲੀਅਰ ਨਹੀਂ ਹਨ ਅਤੇ ਨਾ ਹੀ ਹੋ ਸਕਦੇ ਹਨ। ਇਹਨਾਂ ਦਾ ਦੇਸ਼ ਇਹ ਹੈ ਵੀ ਨਹੀਂ। ਇਹਨਾਂ ਦਾ ਦੇਸ਼ ਕੈਨੇਡਾ ਹੈ। ਇੱਥੇ ਇਹ ਕੇਵਲ ਜੰਮੇ ਹਨ। ਜੰਮ ਕੋਈ ਕਿਤੇ ਵੀ ਸਕਦਾ ਹੈ। ਬਚਪਨ ਕਿੱਥੇ ਬੀਤਿਆ, ਕਿਸ ਮਾਹੌਲ ਵਿੱਚ ਬੀਤਿਆ, ਉਸ ਮਾਹੌਲ ਨਾਲ ਹੀ ਕਿਸੇ ਦਾ ਮੋਹ ਪਿਆਰ ਹੋ ਸਕਦਾ ਹੈ। ਸੋ ਇਸ ਵਿੱਚ ਪਰੇਸ਼ਾਨ ਹੋਣ ਵਾਲੀ ਕੋਈ ਵੀ ਗੱਲ ਨਹੀਂ। ਤੁਸੀਂ ਪਰੇਸ਼ਾਨ ਨਾ ਹੋਵੋ। ਪਰੇਸ਼ਾਨ ਤਾਂ ਹੋਣਾ ਤੁਹਾਨੂੰ ਉੱਕਾ ਹੀ ਨਹੀਂ ਚਾਹੀਦਾ। ਇਹ ਮੁੰਡੇ ਭਾਰਤੀ ਨਹੀਂ ਅਤੇ ਨਾ ਹੀ ਓਪਰੇ ਹੋ ਜਾਣੇ ਹਨ। ਇਉਂ ਹੀ ਫਿਰ ਕਦੇ ਜਾ ਕੇ ਨਸਲਾਂ ਬਦਲ ਜਾਂਦੀਆਂ। ਤਾਂ ਦੇਖੋ, ਉਹ ਕਹਿੰਦੇ ਯਾਰ ਵੀ ਇੰਡੀਆ ਬਾਰੇ ਦੱਸਣਾ ਸੀ, ਹੈ ਨਾ। ਕਹਿੰਦਾ ਮੈਂ ਬਹੁਤ ਕੁਝ ਦੱਸਿਆ ਇੰਡੀਆ ਬਾਰੇ। ਮੈਂ ਇਹਨਾਂ ਨੂੰ ਦੱਸਿਆ ਵੀ ਇੰਡੀਆ ਦੀ ਧੁੱਪ ਦੇਖੀ ਆ ਤੁਸੀਂ, ਕੋਸੀ ਕੋਸੀ, ਜਿਹੜੀ ਜਨਵਰੀ ਦੇ ਮਹੀਨੇ ਦੇ ਵਿੱਚ ਧੁੱਪ ਪੈਂਦੀ ਆ, ਕੋਸੀ ਕੋਸੀ ਨਾ, ਬਸੰਤੀ ਧੁੱਪ। ਪਰ ਬੱਚਿਆਂ ਨੂੰ ਇਹ ਗੱਲ ਸਮਝ ਨਹੀਂ ਲੱਗੀ। ਇਹ ਵੀ ਦੱਸਿਆ ਕਿ ਤੁਸੀਂ ਇੰਡੀਆ ਦੀ ਬਸੰਤ ਦੇਖੀ ਆ, ਖੂਬਸੂਰਤ ਬਸੰਤ, ਹਰ ਪਾਸੇ ਪੀਲੀ ਸਰੋਂ ਦੇ ਫੁੱਲ ਖਿੜੇ ਹੋਏ। ਪਰ ਉਹ ਬੱਚੇ ਨਹੀਂ ਸਮਝ ਸਕੇ। ਉਹਨਾਂ ਨੇ ਭਾਰਤ ਦੇ ਬੱਦਲਾਂ ਬਾਰੇ, ਭਾਰਤ ਦੀ ਬਰਸਾਤ ਬਾਰੇ, ਭਾਰਤ ਦੀ ਚੰਨ ਚਾਨਣੀ ਰਾਤ ਬਾਰੇ, ਭਾਰਤ ਦੀਆਂ ਕਾਲੀਆਂ ਰਾਤਾਂ ਬਾਰੇ, ਭਾਰਤ ਦੇ ਸੂਰਜ ਬਾਰੇ ਬਹੁਤ ਕੁਝ ਦੱਸਿਆ। ਪਰ ਉਹ ਬੱਚੇ ਕੁਝ ਵੀ ਫਾਲੋ ਨਹੀਂ ਕਰ ਰਹੇ ਸਨ। ਉਹਨਾਂ ਨੇ ਦੱਸਿਆ ਕਿ ਤੁਸੀਂ ਯਾਰ ਸਾਡਾ ਕੌਮੀ ਪੰਛੀ ਮੋਰ ਆ, ਤੁਸੀਂ ਕਦੇ ਦੇਖਿਆ? ਪਰ ਉਹ ਬੱਚੇ ਨਹੀਂ ਫਾਲੋ ਕਰ ਰਹੇ ਸਨ। ਭਾਰਤ ਦਾ ਕੌਮੀ ਬਿਰਛ ਪਿੱਪਲ ਤੁਸੀਂ ਦੇਖਿਆ? ਉਹ ਨਹੀਂ ਸਮਝ ਰਹੇ ਸਨ। ਉਹ ਗੱਲਾਂ ਕਰਦੇ, ਕਹਿੰਦੇ ਸੱਚੇ ਬੱਚਿਆਂ ਦੇ ਨਾਂ ਕੀ ਆ ਭਾਈ? ਉਹ ਕਹਿੰਦਾ ਜੀ ਇੱਕ ਦਾ ਨਾਂ ਹੈ ਹਰਿੰਦਰ ਅਤੇ ਦੂਜੇ ਦਾ, ਜਿਹੜਾ ਆਪਣੇ ਆਪ ਨੂੰ ਕੈਨੇਡਾ ਦੇ ਵਿੱਚ ਹੈਰੀ ਕਹਾਉਂਦਾ, ਅਤੇ ਦੂਜੇ ਦਾ ਨਾਂ ਹੈ ਗੁਰਿੰਦਰ,
ਜਿਹੜਾ ਕੈਨੇਡਾ ਦੇ ਵਿੱਚ ਆਪਣੇ ਆਪ ਨੂੰ ਗੈਰੀ ਕਹਾਉਂਦਾ। ਦੇਖੋ ਬਹੁਤ ਦਿਨ ਇੱਥੇ ਰਹਿੰਦੇ ਨੇ, ਬਹੁਤ ਸਾਰੀਆਂ ਥਾਵਾਂ ਦੇਖਦੇ ਨੇ ਅਤੇ ਬਹੁਤ ਸਾਰੀਆਂ ਥਾਵਾਂ ਦੇਖਣ ਤੋਂ ਬਾਅਦ ਬੱਚੇ ਸਿਰਫ ਇੱਕ ਟਿੱਪਣੀ ਕਰਦੇ ਆ ਕਿ ਸਾਰੀਆਂ ਥਾਵਾਂ ਦੇ ਵਿੱਚੋਂ ਉਹਨਾਂ ਨੂੰ ਸਿਰਫ ਚੰਡੀਗੜ੍ਹ ਸ਼ਹਿਰ ਠੀਕ ਠਾਕ ਲੱਗਦਾ। ਉਹਨਾਂ ਨੂੰ ਲੱਗਦਾ ਕਿ ਚੰਡੀਗੜ੍ਹ ਕੁਝ ਠੀਕ ਆ, ਇੱਥੇ ਰਿਹਾ ਜਾ ਸਕਦਾ। ਉਹਦਾ ਕਾਰਨ ਇਹ ਆ ਕਿ ਚੰਡੀਗੜ੍ਹ ਪੂਰਾ ਵੈਸਟਰਨ ਤਰਜ਼ 'ਤੇ ਬਣਿਆ ਹੋਇਆ ਸ਼ਹਿਰ ਆ, ਜਿਹਦੇ ਕਰਕੇ ਉਹ ਚੰਡੀਗੜ੍ਹ ਬਾਰੇ ਥੋੜ੍ਹਾ ਜਿਹਾ ਪੋਜ਼ੀਟਿਵ ਸੋਚਦੇ ਆ ਅਤੇ ਕਹਿੰਦਾ ਕਿ 20, 22 ਜਾਂ 25 ਦਿਨ ਉਹ ਇੱਥੇ ਹੋਣਗੇ। ਆਖਰ ਉਹਨਾਂ ਨੇ ਵਾਪਸ ਜਾਣ ਲਈ ਸੀਟਾਂ ਬੁੱਕ ਕਰਵਾਈਆਂ ਗਈਆਂ। ਸੀਟਾਂ ਬੁੱਕ ਹੋਣ ਨਾਲ ਹੀ ਜਿਵੇਂ ਉਹਨਾਂ ਦੀਆਂ ਅੱਖਾਂ ਵਿੱਚ ਕੁਝ ਚਮਕ ਜਿਹੀ ਆ ਗਈ। ਦੇਖੋ ਉਹਨਾਂ ਨੂੰ ਇਉਂ ਲੱਗਿਆ ਕਿ ਹੁਣ ਅਸੀਂ ਆਪਣੇ ਵਾਪਸ ਜਾ ਰਹੇ ਹਾਂ ਆਪਣੇ ਦੇਸ਼ ਕੈਨੇਡਾ, ਹੈ ਨਾ। ਜਿਸ ਦਿਨ ਜਹਾਜ਼ ਉੱਡਿਆ ਉਹਨਾਂ ਦੇ ਪਿਤਾ ਦੀਆਂ ਅੱਖਾਂ ਵਿੱਚ ਤਾਂ ਹੰਝੂ ਛਲਕ ਆਏ ਸਨ, ਪਰ ਉਹਨਾਂ ਦੋਹਾਂ ਦੀਆਂ ਅੱਖਾਂ ਵਿੱਚ ਚੰਨ, ਸੂਰਜ ਦੀਆਂ ਕਿਰਨਾਂ ਅਤੇ ਸਿਤਾਰੇ ਚਮਕ ਰਹੇ ਸਨ, ਕਿਉਂਕਿ ਹੁਣ ਉਹ ਆਪਣੇ ਦੇਸ਼ ਵੱਲ ਉੱਡਦੇ ਜਾ ਰਹੇ ਸਨ। ਇੱਥੇ ਜਾ ਕੇ ਕਹਾਣੀ ਆ ਜਿਹੜੀ ਖ਼ਤਮ ਹੋ ਜਾਂਦੀ ਹੈ। ਹੁਣ ਇਸ ਕਹਾਣੀ ਦਾ ਮੁੱਖ ਥੀਮ ਕੀ ਹੈ? ਕਿਸੇ ਵੀ ਵਿਅਕਤੀ ਨੂੰ ਉਹ ਦੇਸ਼ ਆਪਣਾ ਲੱਗਦਾ ਜਿੱਥੇ ਉਹ ਜੰਮਿਆ ਪਲਿਆ ਹੋਵੇ। ਪਹਿਲੀ ਗੱਲ, ਉਸ ਥਾਂ ਨਾਲ ਚਿਰ ਪਰਿਚਿਤ ਹੋਣ ਕਰਕੇ ਉਸ ਦੀ ਭਾਵਕ ਸਾਂਝ ਬਣੀ ਰਹਿੰਦੀ ਹੈ। ਦੂਜਾ ਦੇਸ਼ ਭਾਵੇਂ ਉਸ ਦੇ ਪੁਰਖਿਆਂ ਦਾ ਦੇਸ਼ ਹੀ ਕਿਉਂ ਨਾ ਹੋਵੇ, ਉਹ ਉਹਨੂੰ ਓਪਰਾ ਹੀ ਲੱਗਦਾ ਰਹਿੰਦਾ। ਹੁਣ ਦੇਖੋ ਕਿ ਜਿਹੜਾ ਨਿਰੰਜਨ ਸਿੰਘ ਆ, ਉਹਦਾ ਆਪਣਾ ਦੇਸ਼ ਪੰਜਾਬ ਆ ਅਤੇ ਉਹਦੇ ਬੱਚਿਆਂ ਦਾ ਆਪਣਾ ਦੇਸ਼ ਕੈਨੇਡਾ। ਦੋਵਾਂ 'ਚ ਫਰਕ ਕੀ ਹੈ? ਕਿਉਂਕਿ ਨਿਰੰਜਨ ਸਿੰਘ ਪੰਜਾਬ ਦੇ ਵਿੱਚ ਜੰਮਿਆ ਪਲਿਆ ਅਤੇ ਉਹਦੇ ਬੱਚੇ ਕੈਨੇਡਾ ਦੇ ਵਿੱਚ ਜੰਮੇ ਪਲੇ ਆ। ਇਸ ਕਰਕੇ ਦੋਨਾਂ ਦਾ ਦੇਸ਼ ਆ ਜਿਹੜਾ ਉਹ ਵੱਖਰਾ ਵੱਖਰਾ ਹੋ ਗਿਆ। ਤਾਂ ਇਸ ਕਹਾਣੀ ਦੇ ਵਿੱਚ ਇਹੀ ਗੱਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿ ਆਪਣਾ ਦੇਸ਼ ਆ ਜਿਹੜਾ ਉਹ ਹੁੰਦਾ ਜਿੱਥੇ ਬੰਦਾ ਜੰਮਿਆ ਪਲਿਆ ਹੋਵੇ। ਦੂਜਾ ਦੇਸ਼ ਭਾਵੇਂ ਉਹਦੇ ਪੁਰਖਿਆਂ ਦਾ ਦੇਸ਼ ਹੀ ਕਿਉਂ ਨਾ ਹੋਵੇ, ਉਹ ਉਹਨਾਂ ਲਈ ਹਮੇਸ਼ਾ ਓਪਰਾ ਹੁੰਦਾ। ਇਹ ਜਿਹੜਾ ਮੇਨ ਥੀਮ ਇਸ ਕਹਾਣੀ ਦੇ ਵਿੱਚ ਪੇਸ਼ ਕੀਤਾ ਗਿਆ ਕਿ ਅਸਲ ਵਿੱਚ ਇਸ ਕਹਾਣੀ ਦੇ ਵਿੱਚ ਉਸ ਸੰਤਾਪ ਨੂੰ, ਉਸ ਦਰਦ ਨੂੰ ਪੇਸ਼ ਕੀਤਾ ਗਿਆ ਜਿਹੜਾ ਦਰਦ ਉਹ ਲੋਕ ਹੰਢਾ ਰਹੇ ਆ ਜਿਹੜੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਵਿਦੇਸ਼ੀ ਧਰਤੀਆਂ 'ਤੇ ਜਾ ਵਸੇ ਅਤੇ ਫਿਰ ਉੱਥੇ ਆਉਣ ਵਾਲੀਆਂ ਉਹਨਾਂ ਦੀਆਂ ਜਿਹੜੀਆਂ ਨਸਲਾਂ ਨੇ ਉਹ ਪੰਜਾਬ ਦੀ ਧਰਤੀ ਨਾਲੋਂ ਜਾਂ ਭਾਰਤ ਦੀ ਧਰਤੀ ਨਾਲੋਂ ਪੂਰਨ ਤੌਰ 'ਤੇ ਟੁੱਟ ਗਈਆਂ ਅਤੇ ਉੱਥੋਂ ਦੀਆਂ ਹੀ ਹੋ ਕੇ ਰਹਿ ਗਈਆਂ। ਅਤੇ ਜਿਵੇਂ ਕਹਿੰਦੇ ਆ ਕਿ ਪੰਜਾਬ ਦੇ ਵਿੱਚੋਂ ਜਾਂ ਹਿੰਦੁਸਤਾਨ ਦੇ ਵਿੱਚੋਂ ਉਹਨਾਂ ਦਾ ਜਿਹੜਾ ਲਗਭਗ ਵੰਸ਼ ਆ ਜਿਹੜਾ ਜਾਂ ਬੀਜ ਆ ਜਿਹੜਾ ਉਹ ਖ਼ਤਮ ਹੋ ਗਿਆ। ਇਸ ਤਰ੍ਹਾਂ ਦੀ ਜਿਹੜੀ ਹੈਗੀ ਇਸ ਸਥਿਤੀ ਨੂੰ ਪੇਸ਼ ਕਰਦੀ ਇਹ ਕਹਾਣੀ ਅੱਜ ਆਪਾਂ ਪੜ੍ਹੀ ਹੈ। ਪਿਆਰੇ ਵਿਦਿਆਰਥੀਓ, ਆਪਾਂ ਇਸ ਕਹਾਣੀ ਦੇ ਵਿੱਚ ਦੇਖਿਆ ਕਿ ਕਿਵੇਂ ਇੱਕ ਪੰਜਾਬੀ ਮਨੁੱਖ, ਪੰਜਾਬ ਦੀ ਧਰਤੀ 'ਤੇ ਰਹਿਣ ਵਾਲਾ ਵਿਅਕਤੀ ਪ੍ਰਵਾਸ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ, ਕਿਵੇਂ ਉਸ ਦੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਪੰਜਾਬ ਦੇ ਸੱਭਿਆਚਾਰ, ਪੰਜਾਬ ਦੇ ਵਿਰਸੇ ਅਤੇ ਪੰਜਾਬ ਦੀ ਮਿੱਟੀ ਨਾਲੋਂ ਟੁੱਟ ਰਹੀਆਂ ਨੇ। ਇਹ ਸਾਰੀ ਦੀ ਸਾਰੀ ਸਥਿਤੀ ਦੀ ਜਿਹੜੀ ਤਰਾਸਦੀ ਹੈ ਉਹ ਇਸ ਕਹਾਣੀ ਦੇ ਵਿੱਚ ਪੇਸ਼ ਕੀਤੀ ਗਈ ਹੈ। ਸੋ ਮੈਂ ਆਸ ਕਰਦਾ ਕਿ ਤੁਸੀਂ ਇਸ ਦਾ ਵੱਧ ਤੋਂ ਵੱਧ ਲਾਭ ਲਓਗੇ। ਸਾਰੇ ਵਿਦਿਆਰਥੀਆਂ ਨੂੰ ਇਹ ਬੇਨਤੀ ਹੈ ਕਿ ਇਸ ਕਹਾਣੀ ਦਾ ਸਾਰ ਅਤੇ ਵਸਤੂਨਿਸ਼ਟ ਪ੍ਰਸ਼ਨ ਆਪਣੀਆਂ ਕਾਪੀਆਂ ਦੇ ਉੱਪਰ ਲਿਖਣੇ ਆ। ਜੇਕਰ ਕਿਸੇ ਵਿਦਿਆਰਥੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਆ ਤਾਂ ਆਪਣੇ ਅਧਿਆਪਕ ਦੀ ਮਦਦ ਲੈਣੀ ਆ। ਮੈਂ ਆਸ ਕਰਦਾ ਕਿ ਸਾਰੇ ਵਿਦਿਆਰਥੀ ਇਸ ਲੈਕਚਰ ਦਾ ਵੱਧ ਤੋਂ ਵੱਧ ਲਾਭ ਲੈਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ।